सो हेलो स्टूडेंट्स, कैसे हैं आप लोग। आई होप कि आप सब लोग ठीक होंगे। तो हमारा जो हिस्ट्री का नेक्स्ट चैप्टर है वो है मुगलों के अधीन पंजाब ਦੀ ਸਮਾਜਿਕ ਅਤੇ ਆਰਥਿਕ ਅਵਸਥਾ। ਸੋ ਅੱਜ ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਮੁਗਲਾਂ ਨੇ ਪੰਜਾਬ ਵਿੱਚ 1526 ਈਸਵੀ ਤੋਂ ਲੈ ਕੇ 1752 ਈਸਵੀ ਤੱਕ ਸ਼ਾਸਨ ਕੀਤਾ। ਮੁਗਲਕਾਲੀਨ ਪੰਜਾਬ ਵਿੱਚ ਦਾ ਸਮਾਜ ਮੁੱਖ ਰੂਪ ਵਿੱਚ ਦੋ ਵਰਗਾਂ ਮੁਸਲਮਾਨਾਂ ਅਤੇ ਹਿੰਦੂਆਂ ਦੇ ਵਿੱਚ ਵੰਡਿਆ ਹੋਇਆ ਸੀ। ਸੋ ਜਿਹੜੀ ਸਾਨੂੰ 17ਵੀਂ ਸ਼ਤਾਬਦੀ ਦੇ ਬਾਰੇ ਜਦੋਂ ਸਾਨੂੰ ਪਤਾ ਚੱਲਦਾ ਵਾ 17ਵੀਂ ਸਦੀ ਬਾਰੇ, ਤਾਂ ਸਾਨੂੰ ਬੇਸਿਕਲੀ ਕਿੰਨਾਂ ਚੀਜ਼ਾਂ ਤੋਂ ਪਤਾ ਚੱਲਦਾ ਵਾ, ਜਿਹੜੇ ਕਿ ਉਸ ਟਾਈਮ ਦੇ ਰਾਈਟਰਸ ਹੁੰਦੇ ਨੇ, ਜਿੱਦਾਂ ਕਿ ਮੁਨਸ਼ੀ ਸੁਜਾਨ ਰਾਏ ਭੰਡਾਰੀ ਜਿਹੜੇ ਕਿ ਪੰਜਾਬੀ ਸੀਗੇ। ਇਹ ਤੁਹਾਡੀ ਬੁੱਕ ਵਿੱਚ ਮਿਲੇਗਾ, ਤੁਹਾਨੂੰ ਇਹ ਵੈਬਸਾਈਟ 'ਤੇ ਨਹੀਂ ਮਿਲੇਗਾ। ਸੋ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦੀ ਹਾਂ ਕਿ ਮੁਨਸ਼ੀ ਸੁਜਾਨ ਰਾਏ ਭੰਡਾਰੀ ਜਿਹੜੇ ਸੀਗੇ ਉਹ 17ਵੀਂ ਸਦੀ ਦੇ ਵਿੱਚ ਉਹਨਾਂ ਨੇ ਕਾਫੀ ਆਪਣੀ ਪੁਸਤਕਾਂ ਜਿਹੜੀਆਂ ਲਿਖੀਆਂ ਹੋਈਆਂ ਸੀ। ਇੱਕ ਤਾਂ ਉਹ ਪੰਜਾਬੀ ਸੀਗੇ, ਠੀਕ ਹੈ। ਉਸੇ ਤਰ੍ਹਾਂ ਹੀ ਫਾਰਸੀ ਦੇ ਵਿੱਚ ਵੀ ਕਿੰਨੀਆਂ ਸਾਰੀਆਂ ਪੁਸਤਕਾਂ ਸੀਗੀਆਂ, ਜਿਹੜਾ ਕਿ ਅਕਬਰ ਦੇ ਜੋ ਸਮਕਾਲੀਨ ਸੀਗੇ, ਉਹਨਾਂ ਦੇ ਦਰਬਾਰ ਦੇ ਵਿੱਚ ਜੋ ਸੀਗੇ ਲਿਖਣ ਵਾਲੇ ਅਬੂਲ ਫਜ਼ਲ ਜੋ ਸੀਗੇ, ਉਹਨਾਂ ਨੇ ਅਕਬਰਨਾਮਾ, ਦਬਿਸਤਾਨ ਮਜ਼ਾਹਿਬ, ਮਤਲਬ ਕਿ ਕਿੰਨੀ ਹੀ ਤਰ੍ਹਾਂ ਦੇ ਜਿਹੜੇ ਸੀਗੇ ਰਾਈਟਰ ਸੀਗੇ, ਉਹਨਾਂ ਨੇ ਆਪਣੀ ਕਿਤਾਬਾਂ ਦੇ ਵਿੱਚ ਇਸ ਜੋ ਟਾਈਮ ਪੀਰੀਅਡ ਹੈ ਉਹਦੇ ਅਕੋਰਡਿੰਗਲੀ ਕਾਫੀ ਸਾਰੀ ਜਿਹੜੀਆਂ ਉਹਨਾਂ ਦਾ ਰਹਿਣ ਸਹਿਣ ਕਿੱਦਾਂ, ਆਰਥਿਕ ਸਮਾਜਿਕ ਪਹਿਰਾਵਾ, ਉਹ ਸਾਰੀ ਜਿਹੜੀ ਚੀਜ਼ਾਂ ਸੀਗੀਆਂ ਇਸ ਵਿੱਚ ਉਹਨਾਂ ਨੇ ਲਿਖੀਆਂ ਹੋਈਆਂ ਸੀ। ਸੋ ਮੁਗਲਾਂ ਦੇ ਅਧੀਨ ਪੰਜਾਬ ਦੀ ਜਿਹੜੀ ਸਮਾਜਿਕ ਦਸ਼ਾ ਸੀਗੀ ਉਹ ਮੇਨ ਇਹ ਸੀਗਾ ਕਿ ਸਮਾਜਿਕ ਦਸ਼ਾ ਜਿਹੜੀ ਪੰਜਾਬ ਵਿੱਚ ਜਿਹੜੀ ਮੁਗਲਾਂ ਦੇ ਅਧੀਨ ਸੀਗੀ ਉਹ ਬਿਲਕੁਲ ਵੀ ਠੀਕ ਨਹੀਂ ਸੀਗੀ। ਸਮਾਜ ਮੇਨ ਦੋ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ, ਮੁਸਲਮਾਨ ਅਤੇ ਹਿੰਦੂ। ਸਿੱਖਾਂ ਨੂੰ ਵੀ ਹਿੰਦੂ ਦੇ ਵਿੱਚ ਹੀ ਸਮਝਿਆ ਜਾਂਦਾ ਸੀ ਕਿ ਉਹ ਵੀ ਹਿੰਦੂਆਂ ਦਾ ਹੀ ਇੱਕ ਅੰਗ ਹੈ। ਹਿੰਦੂ ਵਰਗ ਨੂੰ ਜਲਦੀ ਜਿਹੜੀ ਉੱਚ ਨੌਕਰੀਆਂ 'ਤੇ ਵੀ ਉਹ ਕੰਮ ਛੇਤੀ ਨਹੀਂ ਸੀ ਕਰ ਪਾਉਂਦੇ, ਠੀਕ ਹੈ। ਅਤੇ ਅਕਬਰ ਦੀ ਉਦਾਰਵਾਦੀ ਨੀਤੀ ਹੋਣ ਦੇ ਕਾਰਨ हिंदुओं के ऊपर जजिया तथा तीर्थकर यात्रा कर माफ़ कर दिए गए थे, परंतु औरंगज़ेब के समय यह दोबारा कर वसूल करनी शुरू हो गए थे। सिख गुरुओं ने पर्दा प्रथा की जोरदार निंदा की थी और सिख गुरुओं ने स्त्रियों को पुरुषों के समान अधिकार प्राप्त उन्हें जो थे ये अधिकार प्राप्त उन्हें करवाए गए थे। ਸੋ ਜਿੱਥੇ ਜੋ ਸਿੱਖ ਸਮੁਦਾਇ ਹੈ ਜੋ ਇਹ ਪੁਰਸ਼ਾਂ ਨੂੰ ਇਸਤਰੀਆਂ ਦੇ ਬਰਾਬਰ ਲੈ ਕੇ ਚੱਲਣ ਦੀ ਗੱਲ ਕਰਦਾ ਹੈ, ਉੱਥੇ ਹੀ ਜੋ ਮੁਗਲ ਕਾਲੀਨ ਹੈ ਜੋ ਹਿੰਦੂ ਧਰਮ ਦੇ ਅਕੋਰਡਿੰਗਲੀ ਉੱਥੇ ਜਿਹੜਾ ਉਸ ਟਾਈਮ ਪੀਰੀਅਡ ਦੇ ਵਿੱਚ ਇਸਤਰੀਆਂ ਦੀ ਜਿਹੜੀ ਸਮਾਜਿਕ ਦਸ਼ਾ ਸੀਗੀ ਉਹ ਬਹੁਤ ਹੀ ਜ਼ਿਆਦਾ ਖਰਾਬ ਸੀਗੀ। ਮੁਸਲਮਾਨਾਂ ਦੀ ਮੇਨ 3 ਸ਼੍ਰੇਣੀਆਂ ਸੀਗੀਆਂ। ਉੱਚ ਸ਼੍ਰੇਣੀ, ਮੱਧ ਵਰਗ ਅਤੇ ਨੀਵਾਂ ਵਰਗ, ਠੀਕ ਹੈ। ਉੱਚ ਸ਼੍ਰੇਣੀ ਵਿੱਚ ਕੀ ਸੀਗੇ ਕਿ ਇਹ ਜਿਹੜੇ ਵਰਗ ਦੇ ਵਿੱਚ ਜਿਹੜੇ ਮੇਨਲੀ ਤੁਹਾਨੂੰ ਮਨਸਬਦਾਰ, ਦੀਵਾਨ, ਸੂਬੇਦਾਰ, ਜਗੀਰਦਾਰ, ਫੌਜਦਾਰ ਆਉਂਦੇ, ਜੋ ਕਿ ਧਨੀ ਹੋਣ ਕਰਕੇ ਐਸ਼ੋ ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਅਤੇ ਮੱਧ ਵਰਗ ਯਾਨੀ ਕਿ ਮਿਡਲ ਕਲਾਸ ਦੇ ਵਿੱਚ ਕੌਣ ਆਉਣਗੇ, ਇਸ ਵਰਗ ਦੇ ਵਿੱਚ ਮੇਨਲੀ ਜਿਹੜੇ ਵਪਾਰੀ ਆਉਣਗੇ, ਕਿਸਾਨ, ਸੈਨਿਕ ਅਤੇ ਛੋਟੇ ਦਰਜੇ ਦੇ ਜਿਹੜੇ ਸਰਕਾਰੀ ਕਰਮਚਾਰੀ ਹੁੰਦੇ ਸੀ ਉਹ ਆਉਂਦੇ ਸੀ। ਨੀਵਾਂ ਵਰਗ ਜੋ ਕਿ ਸਭ ਤੋਂ ਲੋਅਰ ਕਲਾਸ ਸੀਗੀ, ਇਸ ਵਰਗ ਦੇ ਵਿੱਚ ਜੁਲਾਹੇ, ਸੁਨਾਰ, ਲੁਹਾਰ, ਤੇਲੀ, ਮੋਚੀ, ਕਸਾਈ ਅਤੇ ਛੋਟੇ ਛੋਟੇ ਦੁਕਾਨਦਾਰ ਸ਼ਾਮਿਲ ਹੁੰਦੇ, ਠੀਕ ਹੈ। ਜੋ ਮੁਸਲਮਾਨਾਂ ਦਾ ਜੋ ਵੀ ਸਾਰਾ ਮੁਸਲਿਮ ਸਮਾਜ ਸੀ ਉਹ ਬੇਸਿਕਲੀ ਮੇਨ 3 ਪੁਆਇੰਟ ਦੇ ਵਿੱਚ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ, ਉੱਚ ਸ਼੍ਰੇਣੀ, ਮੱਧ ਵਰਗ ਅਤੇ ਨੀਵਾਂ ਵਰਗ, ਠੀਕ ਹੈ। ਅਤੇ ਅਲੱਗ ਅਲੱਗ ਕੈਟੇਗਰੀ ਦੇ ਲੋਕਾਂ ਨੂੰ ਉੱਥੇ ਰੱਖਿਆ ਹੋਇਆ ਸੀ, ਠੀਕ ਹੈ। ਹਿੰਦੂਆਂ ਦੇ ਵਿੱਚ ਵੀ ਜਿਹੜੀ ਜਾਤੀ ਪ੍ਰਥਾ ਸੀਗੀ, ਹਿੰਦੂਆਂ ਦੇ ਵਿੱਚ ਵੀ ਕਾਸਟ ਸਿਸਟਮ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਮਾਜ ਵਿੱਚ ਹਿੰਦੂਆਂ ਦੀ ਗਿਣਤੀ ਮੁਸਲਮਾਨਾਂ ਨਾਲੋਂ ਜ਼ਿਆਦਾ ਸੀ, ਪਰ ਉਹਨਾਂ ਦੀ ਹਾਲਤ ਚੰਗੀ ਨਹੀਂ ਸੀ। ਹਿੰਦੂ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਜਾਤੀ ਪ੍ਰਥਾ ਮੌਜੂਦ ਸੀ। ਹਿੰਦੂਆਂ ਦੀਆਂ ਮੁੱਖ 4 ਜਾਤੀਆਂ ਬ੍ਰਾਹਮਣ, ਖੱਤਰੀ, ਵੈਸ਼ਯ ਅਤੇ ਸ਼ੂਦਰ ਸੀ। ਪਰੰਤੂ ਆਪਾਂ ਪੰਜਾਬ ਦੀ ਗੱਲ ਕਰਾਂਗੇ ਤਾਂ ਪੰਜਾਬ ਵਿੱਚ ਮੇਨ ਖੱਤਰੀ, ਰਾਜਪੂਤ, ਜਾਟ ਤਥਾ ਬ੍ਰਾਹਮਣ ਹਿੰਦੂ ਜਾਤੀਆਂ ਵੀ ਪ੍ਰਸਿੱਧ ਸੀਗੀਆਂ, ਪਰੰਤੂ ਇਹਨਾਂ ਦੇ ਅੱਗੇ ਵੀ ਕਈ ਜਿਹੜੀ ਉਪ ਜਾਤੀਆਂ ਦੇ ਵਿੱਚ ਵੰਡੇ ਗਏ, ਜਿੱਦਾਂ ਕਿ ਉਹਨਾਂ ਹੀ ਖੱਤਰੀਆਂ ਦੇ ਵਿੱਚੋਂ ਮਹਿਰਾ, ਮਲਹੋਤਰਾ, ਪੁਰੀ, ਭੰਡਾਰੀ, ਚੱਡਾ, ਖੰਨਾ ਆਦਿ। ਇਸ ਤਰ੍ਹਾਂ ਕੁਝ ਜਾਟ ਸਿੱਖਾਂ ਦੀ ਪ੍ਰਮੁੱਖ ਉਪਜਾਤੀਆਂ ਵੀ ਆਈਆਂ, ਜਿੱਦਾਂ ਸਿੱਧੂ, ਸੰਧੂ, ਗਰੇਵਾਲ, ਵਿਰਕ, ਚਾਹਲ, ਢਿੱਲੋਂ, ਕਾਲੋਂ ਆਦਿ। ਮੁੱਖ ਜਾਤੀਆਂ ਜਿਹੜੇ ਕਿ ਅੱਗੇ ਤੋਂ ਅੱਗੇ ਇੱਦਾਂ ਵੰਡੀਆਂ ਗਈਆਂ, ਠੀਕ ਹੈ। ਹਿੰਦੂ ਸੰਖਿਆ ਜਿਹੜੀ ਉਸ ਟਾਈਮ 'ਤੇ ਜ਼ਿਆਦਾ ਸੀਗੀ, ਪਰ ਕੁਛ ਪੰਜਾਬ ਵਿੱਚ ਇੱਦਾਂ ਦੇ ਵੀ ਲੋਕ ਰਹਿੰਦੇ ਸੀ ਜਿਹੜੇ ਕਿ ਹਿੰਦੂਆਂ ਨੂੰ ਅਛੂਤ ਸਮਝਦੇ ਸੀਗੇ।
ਠੀਕ ਹੈ। ਸੋ ਜੋ ਡਿਸਕ੍ਰਿਮੀਨੇਸ਼ਨ ਆ, ਜੋ ਭੇਦਭਾਵ ਆ, ਉਹ ਤਿੰਨੋਂ ਹੀ ਧਰਮਾਂ ਦੇ ਲੋਕਾਂ ਵਿੱਚ ਚੱਲਦਾ ਪਿਆ ਸੀਗਾ। ਠੀਕ ਹੈ। ਮੁਸਲਮਾਨਾਂ ਦੇ ਵਿੱਚ ਵੀ ਉੱਚੇ ਮੁਸਲਮਾਨ ਜਿਹੜੇ ਸੀਗੇ ਉਹ ਹਿੰਦੂਆਂ ਨੂੰ, ਸਿੱਖਾਂ ਨੂੰ ਨੀਵਾਂ ਸਮਝਦੇ ਸੀਗੇ। ਠੀਕ ਹੈ। ਸਿੱਖ ਧਰਮ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਸੀ। ਹਿੰਦੂ ਜਿਹੜੇ ਸੀਗੇ ਉਹ ਮੁਸਲਮਾਨਾਂ ਨੂੰ ਨੀਵਾਂ ਸਮਝਦੇ ਸੀ ਅਤੇ ਕਈ ਲੋਕਾਂ ਨੂੰ ਉਹ ਅਛੂਤ ਵੀ ਸਮਝਦੇ ਸੀ। ਠੀਕ ਹੈ। ਇਹ 2-3 ਧਰਮਾਂ ਦੇ ਵਿੱਚ ਜਿਹੜਾ ਕਿ ਆਪਸੀ ਭੇਦਭਾਵ ਚੱਲਦਾ ਰਿਹਾ। ਪਰ ਜੋ ਸਿੱਖ ਸੀਗੇ, ਜੋ ਹਿੰਦੂ ਸੀਗੇ, ਜੋ ਮੁਸਲਮਾਨ ਸੀਗੇ ਸੋਰੀ, ਉਹ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਹੀ ਗਿਣਦੇ ਸੀਗੇ। ਠੀਕ ਹੈ। ਕਿਉਂਕਿ ਹਾਲੇ ਅਲੱਗ ਤਰੀਕੇ ਨਾਲ ਕੈਟਾਗਰਾਈਜ਼ ਨਹੀਂ ਹੁੰਦੇ ਸੀ, ਕਿਉਂਕਿ ਕਾਫੀ ਸਾਰੇ ਜਦੋਂ ਆਪਾਂ ਪ੍ਰੀਵੀਅਸ ਚੈਪਟਰ ਵਿੱਚ ਪੜ੍ਹਿਆ, ਜਿੱਦਾਂ ਜ਼ਕਰੀਆ ਖਾਂ, ਮੀਰ ਮਨੂੰ, ਉਹਨਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕਾਫੀ ਹੱਦ ਤੱਕ ਤੋੜਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਆਪਾਂ ਬੰਦਾ ਸਿੰਘ ਬਹਾਦਰ ਦੇ ਬਾਅਦ ਜੋ ਅੱਗੇ ਆਪਾਂ ਸਟੋਰੀ ਮਤਲਬ ਅੱਗੇ ਜਦੋਂ ਚੈਪਟਰ ਚੱਲੇ ਜਾਂਦੇ ਆ ਅਤੇ ਉੱਥੋਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਦੀ ਸ਼ਕਤੀ ਕਾਫੀ ਕਮਜ਼ੋਰ ਹੋ ਚੁੱਕੀ ਸੀ। ਇਸ ਕਰਕੇ ਭੇਦਭਾਵ ਜਿਹੜਾ ਵਧੀਆ ਜਾਣ ਡਿਆ ਸੀਗਾ ਅੱਗੇ। ਠੀਕ ਹੈ। ਇਸਤਰੀਆਂ ਦੀ ਹਾਲਾਤ, ਕੰਡੀਸ਼ਨ ਆਫ ਵੂਮਨ। ਹਿੰਦੂਆਂ ਦੇ ਵਿੱਚ ਪਰਦਾ ਪ੍ਰਥਾ ਹੁੰਦੀ ਸੀਗੀ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਦੋਵਾਂ ਵਿੱਚ ਹੀ ਪਰਦਾ ਪ੍ਰਥਾ ਹੁੰਦਾ ਸੀ। ਔਰਤਾਂ ਲਈ ਪਰਦਾ ਯੂਜ਼ ਕਰਦੇ ਸੀਗੇ। ਠੀਕ ਹੈ। ਹਿੰਦੂ ਇਸਤਰੀ ਅਗਰ ਬਾਹਰ ਜਾਏਗੀ, ਠੀਕ ਹੈ, ਅਤੇ ਉਹ ਘੂੰਘਟ ਓੜੇਗੀ, ਅਤੇ ਜੇਕਰ ਮੁਸਲਮਾਨ ਇਸਤਰੀ ਕੋਈ ਬਾਹਰ ਜਾਏਗੀ ਤਾਂ ਉਹਨੂੰ ਬੁਰਕਾ ਪਾਉਣਾ ਪਵੇਗਾ। ਠੀਕ ਹੈ। ਅਤੇ ਸਿੱਖ ਧਰਮ ਵਿੱਚ ਇਹ ਨਹੀਂ ਸੀਗਾ। ਸਿੱਖ ਧਰਮ ਦੇ ਵਿੱਚ ਜੋ ਸਿੱਖ ਸਮੁਦਾਇ ਸੀਗਾ, ਜੋ ਸਿੱਖ ਸਮਾਜ ਸੀਗਾ, ਉਹਨਾਂ ਨੇ ਪੁਰਸ਼ਾਂ ਅਤੇ ਇਸਤਰੀਆਂ ਨੂੰ ਬਰਾਬਰ ਹੱਕ ਦਿੱਤਾ ਹੈ। ਠੀਕ ਹੈ। ਬਹੁ ਵਿਵਾਹ ਅਤੇ ਸਤੀ ਪ੍ਰਥਾ। ਬਹੁ ਵਿਵਾਹ ਅਤੇ ਤਲਾਕ ਨੇ ਮੁਸਲਿਮ ਇਸਤਰੀਆਂ ਦਾ ਜੀਵਨ ਬੜਾ ਕਸ਼ਟਪੂਰਨ ਕਰ ਦਿੱਤਾ ਸੀ। ਹਿੰਦੂਆਂ ਵਿੱਚ ਕੰਨਿਆ ਹੱਤਿਆ, ਬਾਲ ਵਿਵਾਹ, ਸਤੀ ਪ੍ਰਥਾ ਆਦਿ ਕਈ ਬੁਰਾਈਆਂ ਪ੍ਰਚਲਿਤ ਸੀ। ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਇਸਤਰੀਆਂ ਦੀ ਕੰਡੀਸ਼ਨ ਜਿਹੜੀ ਕਾਫੀ ਬੁਰੀ ਸੀ। ਤੁਸੀਂ ਸਤੀ ਪ੍ਰਥਾ ਦੀ ਪਿਕ ਦੇਖ ਸਕਦੇ ਹੋ। ਉਸ ਟਾਈਮ ਕੀ ਸੀਗਾ, ਵਿਧਵਾ ਵਿਵਾਹ ਦੀ ਮਨਾਹੀ ਸੀਗੀ। ਸਮਾਜ ਵੱਲੋਂ ਵਿਧਵਾ ਵਿਵਾਹ ਦੀ ਮਨਾਹੀ ਸੀ। ਉਹਨਾਂ ਨੂੰ ਹਾਰ ਸ਼ਿੰਗਾਰ ਦੀ ਵੀ ਮਨਾਹੀ ਸੀ। ਤਰਸਨਯੋਗ ਸਥਿਤੀ। ਇਸਤਰੀਆਂ ਦੀ ਸਥਿਤੀ ਮੁਗਲ ਕਾਲ ਵਿੱਚ ਵਧੀਆ ਨਹੀਂ ਸੀ। ਉਹਨਾਂ ਨੂੰ ਭੋਗ ਵਿਲਾਸ ਦੀ ਵਸਤੂ ਹੀ ਸਮਝਿਆ ਜਾਂਦਾ ਸੀ। ਈਵਨ ਕਿ ਉਹਨਾਂ ਨੂੰ ਸਿਕਸ਼ਾ ਦਾ ਵੀ ਅਧਿਕਾਰ ਨਹੀਂ ਸੀਗੀ। ਕੁਛ ਹੀ ਉੱਚ ਘਰਾਣੇ ਦੀਆਂ ਜਿਹੜੀਆਂ ਇਸਤਰੀਆਂ ਸੀਗੀਆਂ, ਠੀਕ ਹੈ, ਉਹੀ ਕੀ ਪੜ੍ਹ ਪਾਉਂਦੀਆਂ ਸੀਗੀਆਂ। ਠੀਕ ਹੈ। ਥੋੜ੍ਹੀ ਜਿਹੜੀ ਸੀ ਸਿਕਸ਼ਾ ਹਾਸਿਲ ਕਰ ਪਾਉਂਦੀਆਂ ਸੀਗੀਆਂ। ਜ਼ਿਆਦਾਤਰ ਜਿਹੜੀ ਇਸਤਰੀਆਂ ਸੀ ਉਹ ਅਨਪੜ੍ਹ ਹੀ ਰਹਿੰਦੀਆਂ ਸੀਗੀਆਂ। ਠੀਕ ਹੈ। ਪਰ ਫਿਰ ਵੀ ਇੰਨੀ ਸਾਰੀ ਕਾਫੀ ਵਿਭਿੰਨਤਾਵਾਂ, ਬੁਰਾਈਆਂ ਹੋਣ ਦੇ ਬਾਵਜੂਦ, ਇਹਨਾਂ ਭੇਦਭਾਵ ਹੋਣ ਦੇ ਬਾਵਜੂਦ ਵੀ ਹਿੰਦੂਆਂ ਅਤੇ ਮੁਸਲਮਾਨਾਂ ਦੀ ਕੁਛ ਕੁ ਸਮਾਜਿਕ ਸੰਸਕ੍ਰਿਤੀ ਦਾ ਜਿਹੜਾ ਮੇਲ ਜੋਲ ਹੁੰਦਾ ਹੀ ਰਿਹਾ ਹੈ। ਜੋ ਉਹਨਾਂ ਦੀ ਕਲਚਰਲ ਇੰਟਰਮਿਕਸਿੰਗ ਹੈਗੀ ਹੈ ਆਫ ਹਿੰਦੂਜ਼ ਐਂਡ ਮੁਸਲਿਮਸ ਦੀ, ਉਹ ਹੁੰਦੀ ਹੀ ਰਹੀ ਹੈ। ਠੀਕ ਹੈ। ਸਾਡੀ ਜਿਹੜੀ ਸੰਸਕ੍ਰਿਤੀ ਹੈ, ਮਿਲੀ ਜੁਲੀ ਸੰਸਕ੍ਰਿਤੀ ਉਸ ਟਾਈਮ ਦੀ ਬਣੀ ਹੋਈ ਸੀ। ਠੀਕ ਹੈ। सूफी संतां ਅਤੇ सिख गुरुओं ने भी समुची मानवता को भ्रातृत्व भाव का संदेश दिया और इस बात पर बल दिया कि सभी मनुष्य एक ही ईश्वर की संतान है। ठीक है। ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਉੱਚ ਹਿੰਦੂ ਸੀਗੇ ਉਹ ਵੀ ਮੁਸਲਮਾਨਾਂ ਨੂੰ ਨਹੀਂ ਸੀ ਚੰਗਾ ਸਮਝਦੇ, ਅਤੇ ਜਿਹੜੇ ਉੱਚ ਮੁਸਲਮਾਨ ਵੀ ਸੀਗੇ ਉਹ ਵੀ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ ਸੀ। ਜਿਹੜੇ ਉੱਚ ਜਾਤੀ के हिंदू थे वे मुसलमानों को म्लेच्छ समझते थे। ठीक है। और खाना पीना तथा कोई उनसे लेन देन पसंद नहीं करते थे। और जो कट्टर मुसलमान भी हिंदुओं तथा सिखों के प्रति घृणा के भाव रखते थे और उन्हें काफिर कहते थे। ठीक है। ਜਹਾਂਗੀਰ, ਸ਼ਾਹਜਹਾਂ ਵਰਗੇ ਜਿਹੜੇ ਸੂਬੇਦਾਰ ਸੀਗੇ, ਉਹਨਾਂ ਦੀ ਕੱਟੜ ਨੀਤੀ ਦੇ ਕਾਰਨ ਹੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ जी के साहिबजादों तथा अन्य हजारों सिखों की शहीदी ने हिंदू मुस्लिम एकता की भावना को बहुत ज़्यादा धक्का पहुंचा दिया था। ठीक है। इसी कारण ਹਿੰਦੂਆਂ ਅਤੇ ਸਿੱਖਾਂ ਦੇ ਵਿੱਚ ਜਿਹੜਾ ਵਾ ਮਤਲਬ ਆਪਸੀ ਜਿਹੜਾ ਮਨਮੁਟਾਵ ਚੱਲਦਾ ਰਿਹਾ। ਪਰ ਉਹਨਾਂ ਦੀ ਜਿਹੜੀ ਸੰਸਕ੍ਰਿਤੀ ਆ ਇੱਕ ਦੂਸਰੇ ਦੇ ਨਾਲ ਥੋੜ੍ਹੀ ਮਿਲਦੀ ਰਹੀ। ਸੰਸਕ੍ਰਿਤੀ ਦਾ ਕਾਫੀ ਮੇਲ ਜੋਲ ਹੋਇਆ। ਠੀਕ ਹੈ। ਕਿਉਂਕਿ ਮੁਸਲਿਮ ਸ਼ਾਸਕ ਜਿਹੜੇ ਸੀਗੇ ਉਹਨਾਂ ਨੇ ਹਿੰਦੂਆਂ ਦੀ ਲੈਂਗੁਏਜ ਨੂੰ ਲਰਨ ਕਰਕੇ ਕਾਫੀ ਸਾਰੀ ਕਵਿਤਾਵਾਂ ਲਿਖ ਦਿੱਤੀਆਂ, ਅਤੇ ਕਈ ਜਿਹੜੇ ਉਹਨਾਂ ਨੇ ਹਿੰਦੀ ਸਿੱਖੀ, ਸੰਸਕ੍ਰਿਤ ਸਿੱਖੀ, ਅਤੇ ਉਹਨਾਂ ਨੇ ਕਾਫੀ ਸਾਰੇ ਗ੍ਰੰਥ ਵੀ ਰਚ ਦਿੱਤੇ। ਉਸੇ ਤਰ੍ਹਾਂ ਹੀ ਜਿਹੜੇ ਹਿੰਦੂ ਸੀਗੇ ਉਹਨਾਂ ਦੇ ਵੀ ਉਹਨਾਂ ਦੀ ਜਿਹੜੀ ਉਰਦੂ ਭਾਸ਼ਾ ਨੂੰ ਸਿੱਖਿਆ ਅਤੇ ਕਾਫੀ ਸਾਰੀ ਉਹਨਾਂ ਦੇ ਨਾਲ ਮੇਲ ਮਿਲਾਪ ਬਣਾ ਲਿਆ। ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਖਾਣ ਪੀਣ ਦੀ। ਉੱਚ ਸ਼੍ਰੇਣੀ ਦਾ ਭੋਜਨ ਜਿਹੜਾ ਬੜਾ ਹੀ ਚੰਗਾ
ਜਿਹੜਾ ਕਿ ਮੁਸਲਮਾਨਾਂ ਦਾ, ਜਿਵੇਂ ਕਿ ਉਹ ਮਾंस ਖਾਂਦੇ ਸੀਗੇ, ਪੂੜੀਆਂ ਅਤੇ ਹਲਵਾ ਖਾਣ ਦੇ ਸ਼ੌਕੀਨ ਸੀਗੇ, ਮਤਲਬ ਕਿ ਉਹ ਬੜਾ ਮਸਾਲੇਦਾਰ ਭੋਜਨ ਖਾਂਦੇ ਸੀਗੇ, ਜਿਹਦੇ ਵਿੱਚ ਕਾਫੀ ਸਾਰੇ ਘੀ, ਮਸਾਲਾ, ਮੱਖਣ ਦਾ ਪ੍ਰਯੋਗ ਕਰਦੇ ਸੀਗੇ। ਅਤੇ ਉਹ ਜਦੋਂ ਦਾਵਤਾਂ 'ਤੇ ਜਸ਼ਨ ਕਰਦੇ ਸੀਗੇ, ਉੱਥੇ ਜਰਦਾ, ਸ਼ਰਬਤ ਅਤੇ ਹਲਵਾ ਉਹਨਾਂ ਦਾ ਚੱਲਦਾ ਸੀਗਾ। ਠੀਕ ਹੈ। ਅਤੇ ਜਿਹੜੇ ਆਮ ਘਰ ਦੇ ਲੋਕ ਸੀਗੇ, ਨਿਮਨ ਸ਼੍ਰੇਣੀ ਦੇ ਜਿਹੜੇ ਆਏ ਦੇ ਗਰੀਬ ਘਰ ਦੇ, ਉਹ ਰੋਟੀ, ਭੁੰਨਾ ਹੋਇਆ ਮਾंस, ਅਤੇ ਕੁਛ ਜਿਹੜੇ ਮੁਸਲਮਾਨ ਮਾਸਾਹਾਰੀ ਵੀ ਹੁੰਦੇ ਸੀ ਅਤੇ ਕਈ ਨਹੀਂ ਵੀ ਹੁੰਦੇ ਸੀਗੇ। ਠੀਕ ਹੈ। ਹਿੰਦੂ ਜਿਹੜੇ ਜ਼ਿਆਦਾਤਰ ਸ਼ਾਕਾਹਾਰੀ ਸੀਗੇ, ਉਹ ਰੋਟੀ, ਸਬਜ਼ੀ ਹੀ ਜ਼ਿਆਦਾ ਖਾਂਦੇ ਸੀਗੇ। ਠੀਕ ਹੈ। ਪਿਆਜ਼ ਅਤੇ ਅਚਾਰ ਆਦਿ ਖਾਂਦੇ ਸੀਗੇ, ਸਾਦਾ ਭੋਜਨ ਜਿਹੜੇ ਕਰਦੇ ਸੀਗੇ। ਠੀਕ ਹੈ। ਅਤੇ ਉਸ ਟਾਈਮ ਦੇ ਲੋਕ ਜਿਹੜੇ ਸੀਗੇ ਨਸ਼ੇ ਵੀ ਕਰਦੇ ਸੀਗੇ, ਜਿਵੇਂ ਕਿ ਅਫੀਮ ਔਰ ਭਾਂਗ ਕਾ ਸੇਵਨ ਵੀ ਵੇ ਕਰਤੇ ਥੇ। ਸਮਾਜਿਕ ਦਸ਼ਾ ਦੇ ਵਿੱਚ ਅਸੀਂ ਉਹਨਾਂ ਦੇ ਜਿਹੜੇ ਆ ਡਰੈਸ ਅਤੇ ਔਰਨਾਮੈਂਟਸ, ਯਾਨੀ ਕਿ ਪੋਸ਼ਾਕ ਅਤੇ ਗਹਿਣੇ ਦੇ ਬਾਰੇ ਵੀ ਗੱਲ ਕਰਾਂਗੇ ਕਿ ਉਹ ਕਿੱਦਾਂ ਆਪਣਾ ਸ਼ਿੰਗਾਰ, ਉਹਨਾਂ ਦੀ ਵੇਸ਼ ਭੂਸ਼ਾ ਕੀ ਸੀਗੀ। ਠੀਕ ਹੈ। ਜਿਹੜੇ ਕਿ ਉੱਚ ਸ਼੍ਰੇਣੀ ਦੇ ਲੋਕ ਹੁੰਦੇ ਸੀਗੇ, ਉਹ ਕਾਫੀ ਮਹਿੰਗੇ ਭੜਕੀਲੇ ਵਸਤਰ ਪਾਉਂਦੇ ਸੀਗੇ, ਅਤੇ ਇਸਤਰੀਆਂ ਆਮ ਤੌਰ 'ਤੇ ਰੇਸ਼ਮ ਅਤੇ ਮਖਮਲ ਦੇ ਬਣੇ ਹੋਏ ਕੱਪੜੇ ਪਾਉਂਦੀਆਂ ਸੀਗੀਆਂ। ਨਵਾਬਾਂ ਦੇ ਵਸਤਰਾਂ ਦੇ ਵਿੱਚ ਰਤਨ ਜੜਿਤ ਹੁੰਦੇ ਸੀਗੇ। ਪਾਮ ਦੇ ਵਿੱਚੋਂ ਮਖਮਲ ਜਾਂ ਲਾਲ ਚਮੜੇ ਦੀ ਜ਼ਰੀਦਾਰੀ ਜੁੱਤੀ ਪਾਉਂਦੇ ਸੀਗੇ। ਅਤੇ ਪੁਰਸ਼ਾਂ ਦੀ ਪੋਸ਼ਾਕ ਜਿਹੜੀ ਹੁੰਦੀ ਸੀਗੀ, ਆਮ ਤੌਰ 'ਤੇ ਕੁੜਤਾ, ਤੰਗ ਪਜਾਮਾ ਅਤੇ ਸਲਵਾਰ 'ਤੇ ਪਗੜੀ ਹੁੰਦੀ ਸੀ। ਵੇ ਕਮਰ ਪਰ ਵੀ ਕੱਪੜਾ ਬਾਂਧਤੇ ਥੇ ਜਿਸੇ ਕਮਰਬੰਦ ਕਹਾ ਜਾਤਾ ਥਾ। ਇਸਤਰੀਆਂ ਜਿਹੜੀ ਮੇਨ ਸੀਗੀਆਂ, ਸਲਵਾਰ ਕਮੀਜ਼ ਹੀ ਪਾਉਂਦੀਆਂ ਸੀਗੀਆਂ। ਠੀਕ ਹੈ। ਅਤੇ ਹਿੰਦੂ ਇਸਤਰੀਆਂ ਜਿਹੜੀ ਸੀਗੀਆਂ ਸਾੜੀ ਪਾਉਂਦੀਆਂ ਸੀਗੀਆਂ, ਅਤੇ ਬਾਹਰ ਜਾਂਦੇ ਸਮੇਂ ਘੂੰਘਟ ਲੈ ਲੈਂਦੀਆਂ ਸੀਗੀਆਂ, ਅਤੇ ਮੁਸਲਮਾਨ ਇਸਤਰੀਆਂ ਬੁਰਕਾ ਪਹਿਨਤੀ ਥੀ। ਠੀਕ ਹੈ। ਅਤੇ ਜਿਹੜੇ ਉਹਨਾਂ ਦੇ ਸ਼ਿੰਗਾਰ ਦੇ ਸੀਗੇ ਸਮਾਨ, ਉਹ ਪੁਰਸ਼ਾਂ ਅਤੇ ਇਸਤਰੀਆਂ ਦੋਨਾਂ ਨੇ ਹੀ ਜੋ ਕਿ ਸੀਗਾ ਆਭੂਸ਼ਣ ਪਹਿਨਣ ਦੇ ਕਾਫੀ ਉਹ ਸ਼ੌਕੀਨ ਸੀਗੇ। ਇਸਤਰੀਆਂ ਨੂੰ ਵੀ ਗਹਿਣਾ ਪਹਿਨਣ ਦਾ ਬਹੁਤ ਸ਼ੌਂਕ ਸੀਗਾ, ਜਿਵੇਂ ਕਿ ਉਹ ਹਾਰ, ਵਾਲੀਆਂ, ਕਾਂਟੇ, ਕੰਗਣ, ਚੂੜੀਆਂ, ਨੱਥ, ਅੰਗੂਠੀਆਂ ਅਤੇ ਪੰਜੇਬਾਂ ਆਦਿ ਪਾਉਂਦੇ ਸੀਗੇ। ਇਹ ਆਭੂਸ਼ਣ ਕਾਫੀ ਕੀਮਤੀ ਹੀਰੇ ਜਵਾਹਰਾਤ, ਸੋਨੇ, ਚਾਂਦੀ ਅਤੇ ਹਾਥੀ दांत से ये बने होते थे। ਠੀਕ ਹੈ। ਲੋਕਾਂ ਨੂੰ ਜੋ ਸੀਗਾ ਸ਼ਿੰਗਾਰ ਕਰਨ ਦਾ ਵੀ ਬੜਾ ਸ਼ੌਂਕ ਸੀਗਾ, ਜਿਵੇਂ ਮਹਿੰਦੀ, ਪਾਊਡਰ, ਦਾਤੂਨ ਅਤੇ ਇਤਰ ਦਾ ਪ੍ਰਯੋਗ ਕਰਦੇ ਸੀਗੇ, ਮਤਲਬ ਕਿ ਉਹ ਆਪਣੇ ਆਪ ਨੂੰ ਕਾਫੀ ਸੰਵਾਰ ਕੇ ਰੱਖਦੇ ਸੀਗੇ। ਠੀਕ ਹੈ। ਅਤੇ ਇਸਤਰੀਆਂ ਨੂੰ ਵੀ ਆਪਣੇ ਆਪ ਨੂੰ ਸੰਵਾਰਨ ਦਾ ਬਹੁਤ ਸ਼ੌਂਕ ਸੀਗਾ, ਉਹ ਆਪਣੇ ਵਾਲਾਂ ਨੂੰ ਚੋਟੀ ਮਤਲਬ ਬਣਾ ਦਿੰਦੀਆਂ ਸੀ ਗੂੰਥ ਕੇ। ਠੀਕ ਹੈ। ਪੁਰਸ਼ ਵੀ ਆਪਣੀ ਦਾੜੀ, ਮੂੰਛ ਜਿਹੜੀ ਸੰਵਾਰ ਕੇ ਰੱਖਦੇ ਸੀਗੇ। ਠੀਕ ਹੈ। ਕਈ ਵਾਰ ਉਹ ਦਾੜੀਆਂ ਆਪਣੀ ਮੁੰਡਵਾ ਵੀ ਲੈਂਦੇ ਸੀ, ਪਰੰਤੂ ਜੋ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ, तो उस समय शिष्यों को दाढ़ी तथा सिर के बाल कटवाने की मनाही कर दी गई और केश के अतिरिक्त उन्हें कृपान, कंगा, कच्छा तथा कड़ा धारण करने के भी आदेश दिए, यानी कि 5 ककार धारण करने के आदेश दिए, जो कि सिख जिससे वो एक अलग ही उनका जो समुदाय उभर के आया। ठीक है। सिख समाज का, जिससे उनको एक अलग पहचान मिली। ठीक है। उसके बाद मनोरंजन के साधन आ जाते हैं। उच्च श्रेणी के लोग जो थे वो शिकार खेलने के बहुत शौक थे। उन्हें पशुओं की लड़ाई, घुड़दौड़, कबूतरबाजी, जुआ खेलना, चौगान खेलना, चौपड़, जो जिसे हम शतरंज कहते हैं, काफ़ी वो देखते थे। और शराब पीना, स्त्रियों के नाच देखना उनके मनोरंजन के मुख्य साधन थे। ठीक है। जो साधारण लोग थे वो ताश खेलते थे, चौपड़ खेलते थे यानी कि शतरंज, पतंग उड़ाते थे, कुश्तियाँ यानी कि दंगल देखा करते थे, और जादूगरों और मदारियों के तमाशे देखकर अपना मन बहलाते थे। संगीत, चित्रकारी, नृत्य, भंगड़े, नाटक, मुशायरे आदि मनोरंजन के अन्य साधन थे उनके। उनके जो थे काफ़ी सारे त्यौहार भी थे। ये मैं आपको बता दूं कि हिंदू तथा मुसलमानों के भी बहुत सारे त्यौहार थे। हिंदुओं के जो मेन थे दिवाली, दशहरा, होली और लोहड़ी, बैसाखी, रामनवमी, कृष्ण जन्माष्टमी, शिवरात्रि आदि हिंदुओं के प्रसिद्ध त्यौहार थे। और दूसरी तरफ मुसलमानों की भी ईद उल जुहा, शब बारात, मुहर्रम, नौरोज़ आदि मुसलमानों के ये भी उनके त्यौहार थे। और ठीक है, इन पर वह मेले लगते थे जहाँ पर उनकी धार्मिक संतुष्टि होती थी और उनका मनोरंजन भी, और उनकी मेलों में जो उनकी संस्कृति होती थी वो उभर के आती थी। और दूसरी तरफ सिखों का भी जो मेन उनके त्यौहार होते थे, वे दिवाली, बैसाखी के त्यौहार मनाते थे। वे इन त्योहारों पर गोइंदवाल, तरन तारण, आनंदपुर साहिब तथा अमृतसर में एकत्रित होते थे, तथा विशेषकर आनंदपुर साहिब में होला मोहल्ला के दिन भारी मेला लगता था। ठीक है। ये उनके त्यौहार भी हो गए जो कि उनके मनोरंजन के साधन के साथ हैं, साथ में उनकी संस्कृति भी उभर के आती है। ठीक है। सो ये भी उनके सामाजिक
जो जीवन था उसका एक महत्वपूर्ण पक्ष था। ठीक है। शिक्षा। जब मुगलकालीन पंजाब में सिखों के लिए कोई खास प्रबंध शिक्षा के लिए कोई प्रबंध नहीं था। हिंदू भी जो अपनी जो मेन मुढ़ली शिक्षा थी वो मंदिरों और मुसलमान जो अपनी शिक्षा थी वो मस्जिदों में प्राप्त करते थे। ठीक है। पंजाब में उच्च शिक्षा का एक प्रसिद्ध केंद्र सियालकोट है और अकबर के समय में मौलाना कमाल इस केंद्र का प्रधान था। ठीक है। लाहौर, गुजरात, मुल्तान, जालंधर तथा सुल्तानपुर भी शिक्षा के अन्य प्रमुख केंद्र रहे थे। ठीक है। उसमें वे अबुल फजल कहते हैं कि जो उन्होंने मतलब कि ऐसे जो जो शिक्षा केंद्र खोले गए थे उसमें अबुल फजल कहते हैं कि उनके अनुसार गणित, कृषि, रेखा गणित, भूगोल, ज्योतिषी, तर्कशास्त्र, औषधि निर्माण, इतिहास तथा धर्मशास्त्र आदि अध्ययन के प्रमुख विषय थे। यानी कि वो जो सब्जेक्ट पढ़ते थे ये 7 to 8 सब्जेक्ट थे जिन पर वो स्टडी करते थे, जिन पर वो शिक्षा प्राप्त करते थे। ठीक है। अब हम उनके इकोनॉमिक कंडीशंस पढ़ेंगे। ਖੇਤੀਬਾੜੀ। ਮੁਗਲ सम्राट ਦੁਆਰਾ ਵਿਸ਼ੇਸ਼ ਧਿਆਨ ਦਿਆ ਗਿਆ था ਕਿ ਰੱਬੀ ਅਤੇ ਖਰੀਫ ਦੋਹਾਂ ਤਰ੍ਹਾਂ ਦੀ ਫਸਲਾਂ ਉਗਾਈਆਂ ਜਾਣਗੀਆਂ। ਜਿਵੇਂ ਕਿ ਰੱਬੀ ਦੀ ਫਸਲ ਦੇ ਵਿੱਚ ਕਣਕ, ਜੌਂ, ਸਰੋਂ, ਚੌਲ ਆਦਿ ਮੁੱਖ ਸਨ ਅਤੇ ਖਰੀਫ ਵਿੱਚ ਚਾਵਲ, ਕਪਾਹ, ਮੱਕੀ, ਗੰਨਾ ਆਦि ਮੁੱਖ ਸਨ। ਭੂਮੀ ਦੀ ਉਪਜ ਵਧਾਉਣ ਲਈ ਕਿਸਾਨਾਂ ਨੂੰ ਤਕਾਵੀ ਕਰਜ਼ਾ ਵੀ ਦਿੱਤਾ ਜਾਂਦਾ। ज़्यादातर जो पंजाब के किसान थे कृषि के लिए वे मुख्य रूप से वर्षा पर ही निर्भर करते थे और उनका यही सबसे बड़ा आर्थिक जो था कमाई करने का साधन था, कृषि। ओके। कृषि, व्यापार, उद्योग, शिल्पकारी आदि उनके जो थे प्रमुख व्यवसाय थे जिससे वो अपना जीवन निर्वाह करते थे। ठीक है। खेती के साथ साथ जो जो पंजाब के किसान थे वे पशुपालन भी करते थे। पशुपालन का भी मुख्य व्यवसाय था। अगर किसी व्यक्ति की ज़्यादा आय हो, ठीक है, उसके पास उस मतलब कि उसकी आय के हिसाब मतलब कि उसने पशु खरीदे होते थे। पशुओं के हिसाब से हम पता लगा सकते हैं कि उस बंदे की जो थी इनकम कितनी हो सकती है, वो कितने मतलब पैसे वाला होगा। ठीक है। कृषि के उसके मतलब पशुओं के हिसाब से, जैसे लोगों के पास गाय, भैंस, भेड़, बकरी, घोड़े, ऊंट, खच्चर, बैल आदि पलते थे। ठीक है। कुछ जो थे दूध देते थे, कुछ हल चलाने के लिए, कुछ ऊन देते थे तथा कुछ माल ढोने के काम आते थे। सो खेतीबाड़ी करना और पशुपालन करना दो मेन मुख्य थे। खेतीबाड़ी में आ जाते हैं कि ये उनके कमाई के मुख्य साधन थे। उसके बाद हम उद्योगों की बात करते हैं, इंडस्ट्रीज़ की। ਪੰਜਾਬ ਵਿੱਚ ਸੂਤੀ ਅਤੇ ਰੇਸ਼ਮੀ ਕੱਪੜਾ, ਹਥਿਆਰ, ਦਰੀਆਂ, ਧਾਤੂ ਅਤੇ ਚੀਨੀ ਦੇ ਬਰਤਨ ਅਤੇ ਲੱਕੜੀ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਆਦਿ ਸ਼ਾਮਲ ਸਨ। ਕਿਹਦੇ ਦੇ ਵਿੱਚ? ਇੰਡਸਟਰੀ ਦੇ ਵਿੱਚ। ਠੀਕ ਹੈ। ਕਮਾਈ ਦੇ ਸਾਧਨਾਂ ਦੇ ਵਿੱਚ ਇੰਡਸਟਰੀ ਦਾ ਵੀ ਮੇਨ ਹੈ ਅਤੇ ਇੰਡਸਟਰੀ ਵਿੱਚ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਇਹ ਇੱਥੇ ਲਿਖੀਆਂ ਹੋਈਆਂ ਨੇ। ਪੰਜਾਬ ਦੀ ਰਾਜਧਾਨੀ ਲਾਹੌਰ ਉਦਯੋਗ ਦਾ ਵੱਡਾ ਕੇਂਦਰ ਸੀ। ਉੱਚ ਦਰਜੇ ਦੇ ਸ਼ਾਲ ਬਣਦੇ ਸੀ। ਸਿਆਲਕੋਟ ਅਤੇ ਸੁਲਤਾਨਪੁਰ ਵਿੱਚ ਸ਼ੀਟ ਦੇ ਕੱਪੜੇ ਗੁਜਰਾਤ ਸ਼ਿਫੋਨ ਦੇ ਕੱਪੜਿਆਂ ਲਈ ਪ੍ਰਸਿੱਧ ਸੀਗੇ। ਠੀਕ ਹੈ। ਇਹ ਇੱਕ ਨੰਬਰ ਦੇ ਵਿੱਚ ਕੁਐਸਚਨ ਪੁੱਛ ਲਏ ਜਾਂਦੇ ਨੇ। ਬਜਵਾੜਾ ਜਰੀਦਾਰ ਕੱਪੜੇ, ਸੁਨਹਿਰੀ ਕਢਾਈ ਵਾਲੀ ਪਗੜੀਆਂ ਤਿਆਰ ਕੀਤੀ ਜਾਂਦੀਆਂ ਸੀਗੀਆਂ। ਸਮਾਨਾ ਉੱਚ ਕੋਟੀ ਦਾ ਕੱਪੜਾ ਇੰਗਲੈਂਡ ਨੂੰ ਨਿਰਯਾਤ ਕੀਤਾ ਜਾਂਦਾ ਸੀ। ਠੀਕ ਹੈ। ਕਿ ਸਮਾਨਾਂ ਤੋਂ ਬਣਿਆ ਜਿਹੜਾ ਕੱਪੜਾ ਸੀਗਾ ਉਹ ਇੰਗਲੈਂਡ ਵੱਲ ਵੀ ਨਿਰਯਾਤ ਕੀਤਾ ਜਾਂਦਾ ਸੀਗਾ ਕਿ ਮਤਲਬ ਇੰਨੀ ਵਧੀਆ ਵਧੀਆ ਚੀਜ਼ਾਂ ਬਣਦੀਆਂ ਸੀਗੀਆਂ। ਅੱਜ ਦੇ ਟਾਈਮ 'ਚ ਵੀ ਆਪਾਂ ਦੇਖਦੇ ਹਾਂ ਕਿ ਕਈ ਲੋਕ ਜਿਹੜੇ ਬਾਹਰੋਂ ਸਪੈਸ਼ਲ ਆਉਂਦੇ ਨੇ ਸਾਡੇ ਪੰਜਾਬ ਦੇ ਵਿੱਚ, ਸਾਡੇ ਸ਼ਹਿਰਾਂ ਦੇ ਵਿੱਚ ਕੱਪੜੇ ਖਰੀਦਣ ਲਈ। ਕਿਉਂ? ਕਿਉਂਕਿ ਉਹਨਾਂ ਨੂੰ ਇੱਥੋਂ ਦੀ ਚੀਜ਼ ਵਧੀਆ ਲੱਗਦੀ ਹੈ। ਕਈ ਤੁਸੀਂ ਬਾਹਰ ਵੀ ਦੇਖੋਗੇ ਫੋਰਨ ਕੰਟਰੀਜ਼ ਦੇ ਵਿੱਚ ਵੀਡੀਓਜ਼ ਦੇ ਵਿੱਚ ਕਈ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹ ਸਾਡੇ ਪੰਜਾਬੀ ਕਲਚਰ ਨੂੰ ਉੱਥੇ ਰਿਪਰਜੈਂਟ ਕਰਦੇ ਨੇ। ਕਿਵੇਂ ਕਰਦੇ ਨੇ? ਸੂਟ ਪਾ ਕੇ। ਠੀਕ ਹੈ। ਕੱਢੀ ਹੋਈ ਫੁਲਕਾਰੀ ਚੁੰਨੀ ਲੈ ਕੇ ਉਹ ਸਾਡਾ ਕਲਚਰ ਨੂੰ ਰਿਪਰਜੈਂਟ ਕਰਦੇ ਨੇ। ਠੀਕ ਹੈ। ਕਿ ਅਸੀਂ ਪੰਜਾਬੀ ਹਾਂ ਅਤੇ ਇਹ ਸਾਡਾ ਵਿਰਸਾ ਹੈ, ਇਹ ਸਾਡੀ ਸੱਭਿਅਤਾ ਹੈ। ਠੀਕ ਹੈ। ਉਸੇ ਤਰ੍ਹਾਂ ਹੀ ਜੋ ਉੱਚ ਕੋਟੀ ਦਾ ਕੱਪੜਾ ਸੀਗਾ ਉਹ ਇੰਗਲੈਂਡ ਨੂੰ ਨਿਰਯਾਤ ਕੀਤਾ ਜਾਂਦਾ ਸੀਗਾ। ਸੋਚੋ ਕਿੰਨਾ ਵਧੀਆ ਕੱਪੜਾ ਹੋਏਗਾ। ਠੀਕ ਹੈ। ਉਸੇ ਤਰ੍ਹਾਂ ਹੀ ਸਿਆਲਕੋਟ ਅਤੇ ਗੁਜਰਾਤ ਤਲਵਾਰਾਂ, ਕਟਾਰਾਂ, ਛੁਰੀਆਂ ਅਤੇ ਬਰਛੇ ਬਣਾਉਣ ਦੇ ਲਈ ਪ੍ਰਸਿੱਧ ਸੀ। ਠੀਕ ਹੈ। ਇਸ ਤਰ੍ਹਾਂ ਹੀ ਅਲੱਗ ਅਲੱਗ ਜਿਹੜੀ ਚੀਜ਼ਾਂ ਸੀਗੀਆਂ, ਅਲੱਗ ਅਲੱਗ ਜੋ ਸ਼ਹਿਰ ਸੀਗੇ ਆਪਣੀ ਅਲੱਗ ਅਲੱਗ ਚੀਜ਼ਾਂ ਬਣਾਉਣ ਦੇ ਵਿੱਚ ਕਾਫੀ ਜਿਹੜੇ ਸੀਗੇ ਮਾਹਿਰ ਸੀਗੇ। ਠੀਕ ਹੈ। ਪ੍ਰਸਿੱਧ ਵੀ ਸੀਗੇ। ਪੰਜਾਬ ਦੇ ਵਿੱਚ ਜੋ ਸੀਗਾ ਚੀਨੀ, ਮਿੱਟੀ ਅਤੇ ਸ਼ੀਸ਼ੇ ਦੇ ਬਰਤਨ ਬਣਾਉਣ ਦੇ ਵੀ ਉਦਯੋਗ ਸੀਗੇ ਕਾਫੀ ਸਾਰੇ। ਚਮੜੇ ਦੇ ਕੰਮ ਕਰਨ ਵਾਲੇ ਜਿਹੜੇ ਮੋਚੀ ਸੀਗੇ ਉਹ ਚਮੜੇ ਦੇ ਜੁੱਤੇ, ਘੋੜੇ ਦੀ ਲਗਾਮਾਂ, ਕਾਠੀਆਂ, ਤਲਵਾਰਾਂ ਅਤੇ ਤਲਵਾਰਾਂ ਦੀਆਂ
ਮਿਆਨਾ ਵੀ ਤਿਆਰ ਕਰਦੇ ਸੀਗੇ। ਅਤੇ ਜਿਹੜੇ ਬਲਈ ਹੁੰਦੇ ਸੀਗੇ, ਬੜਈ, ਠੀਕ ਹੈ, ਜੋ ਤਰਖਾਣ ਵਗੈਰਾ, ਉਹ ਪਾਲਕੀ, ਰੱਥ, ਕੁਰਸੀਆਂ, ਮੇਜ਼, ਦਰਵਾਜ਼ੇ ਅਤੇ ਖਿੜਕੀਆਂ ਵੀ ਬਣਾਉਂਦੇ ਸੀਗੇ। ਅਤੇ ਗੰਨੇ ਅਤੇ ਗੁੜ ਤਥਾ ਚੀਨੀ ਤਿਆਰ ਕਰਨੇ ਕਾ ਉਦਯੋਗ ਵੀ ਕਾਫੀ ਵਿਕਸਿਤ ਥਾ। ਇਹ ਆਪਾਂ ਆਏ ਦੇ ਸਾਧਨ ਵੀ ਦੇਖ ਲਏ। ਹੁਣ ਆਪਾਂ ਗੱਲ ਕਰਦੇ ਹਾਂ ਵਪਾਰ ਯਾਨੀ ਕਿ ਟ੍ਰੇਡ ਦਾ। ਵਿਦੇਸ਼ੀ ਵਪਾਰ। ਮੁਗਲਕਾਲੀਨ ਪੰਜਾਬ ਦਾ ਵਿਦੇਸ਼ੀ ਵਪਾਰ ਜਿਹੜਾ ਮੇਨ ਅਫਗਾਨਿਸਤਾਨ, ਈਰਾਨ, ਤਿੱਬਤ, ਪੱਛਮੀ ਚੀਨ, ਅਰਬ ਦੇਸ਼ਾਂ ਅਤੇ ਮੱਧ ਏਸ਼ੀਆ ਦੇ ਨਾਲ ਹੁੰਦਾ ਸੀ। ਇਰਾਕ ਅਤੇ ਈਰਾਨ ਤੋਂ ਚੰਗੀ ਨਸਲ ਦੇ ਘੋੜੇ ਪੰਜਾਬ ਵਿੱਚ ਆਯਾਤ ਕੀਤੇ ਜਾਂਦੇ ਸੀਗੇ, ਠੀਕ ਹੈ। ਲਾਹੌਰ ਦੇ ਵਿੱਚ, ਮੁਲਤਾਨ ਦੇ ਵਿੱਚ ਵੀ ਜਦੋਂ ਇਹ ਸਾਂਝਾ ਪੰਜਾਬ ਸੀਗਾ, ਪੰਜਾਬ ਦੇ ਵਿੱਚ ਕਿੰਨੇ ਸਾਰੇ ਨਗਰ ਪੈ ਜਾਂਦੇ ਸੀ, ਜਿਵੇਂ ਕਿ ਜਲੰਧਰ, ਸੁਲਤਾਨਪੁਰ, ਸਰਹਿੰਦ, ਬਜਵਾੜਾ, ਬਟਾਲਾ, ਸੁਨਾਮ, ਮਾਛੀਵਾੜਾ, ਪਾਣੀਪਤ, ਹਿਸਾਰ, ਇਹ ਵੀ ਪ੍ਰਮੁੱਖ ਸੀਗੇ, ਠੀਕ ਹੈ। ਸਿੱਖੋਂ ਗੁਰੂਆਂ ਨੇ ਜੋ ਪੰਜਾਬ ਮੇ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਕਰਤਾਰਪੁਰ, ਤਰਨ ਤਾਰਨ ਜਿਹੜੇ ਇਹ ਨਗਰ ਵਸਾਏ ਸੀਗੇ। ਅਤੇ ਅੰਮ੍ਰਿਤਸਰ ਵੀ ਸ਼ੀਘਰ ਹੀ ਉਦਯੋਗ ਧੰਧੋਂ ਕਾ ਪ੍ਰਸਿੱਧ ਕੇਂਦਰ ਬਣ ਗਿਆ ਥਾ। ਜਿਹੜੇ ਵੀ ਮੈਂ ਸ਼ਹਿਰ ਬੋਲੇ ਨੇ, ਜਿਹੜੇ ਵੀ ਮੈਂ ਸ਼ਹਿਰ ਦੱਸੇ ਨੇ, ਇਹ ਵੀ ਸਾਰੇ ਸੀਗੇ ਪ੍ਰਮੁੱਖ ਸ਼ਹਿਰ ਸੀਗੇ ਉਸ ਟਾਈਮ ਦੇ ਟ੍ਰੇਡ ਦੇ ਵਿੱਚ, ਵਪਾਰ ਦੇ ਵਿੱਚ, ਠੀਕ ਹੈ। तुर्की का मखमली और रेशमी कपड़ा भी आयात और निर्यात किया जाता था। ਕਾਬੁਲ ਸੇ ਸੂਖਾ ਮੇਵਾ ਵੀ ਮੰਗਵਾਇਆ ਜਾਂਦਾ ਸੀ। ਇਹਦੇ ਅਤਿਰਿਕਤ ਹੀ ਸ਼ਿੰਗਾਰ ਦੀ ਵਸਤੂਆਂ ਜਿਵੇਂ ਕਿ ਬਹੁ मूल्य पत्थर, संगीत के यंत्र आदि भी विदेशों से ਮੰਗਵਾਏ ਜਾਂਦੇ ਥੇ, ਠੀਕ ਹੈ। ਉਸੇ ਤਰ੍ਹਾਂ ਹੀ ਜਿਹੜੀਆਂ ਆਯਾਤ ਨਿਰਯਾਤ ਚੱਲਦਾ ਰਹਿੰਦਾ ਸੀਗਾ, ਠੀਕ ਹੈ। ਪੰਜਾਬ 'ਚੋਂ ਹੀ ਅਨਾਜ, ਚੀਨੀ, ਦਾलें, सूती और ऊनी कपड़े, शाल, दरिया, गलीचे आदि विदेशों को भेजे जाते थे, ठीक है। उसी तरह ही ਜਿਹੜਾ ਸੀਗਾ लाहौर से गलीचे तथा सूखे मेवे आगरा को भेजे जाते थे। आगरा से गरम मसाला, पारा, सिंदूर, अहमदाबाद से पगड़ियाँ आदि यहाँ मंगवा कर विदेशों में भेजे जाते थे, ਠੀਕ ਹੈ। ਯਾਨੀ ਕਿ ਇੰਨੇ ਸ਼ਹਿਰਾਂ ਦੇ ਵਿੱਚ ਕਿ ਸਭ ਕੁਛ ਇੱਕ ਸ਼ਹਿਰ ਦੇ ਵਿੱਚ ਹੋਏਗਾ ਨਹੀਂ, ਕੋਈ ਨਾ ਕੋਈ ਸ਼ਹਿਰ ਕਿਸੇ ਨਾ ਕਿਸੇ ਚੀਜ਼ ਦੇ ਲਈ ਮਾਹਿਰ ਹੋਏਗਾ। ਸੋ ਇੱਦਾਂ ਜੋ ਕਿ ਸੀਗਾ ਐਕਸਪੋਰਟ ਅਤੇ ਇੰਪੋਰਟ ਦਾ ਜੋ ਇਹਨਾਂ ਦਾ ਕੰਮ ਸੀਗਾ ਉਹ ਚੱਲਦਾ ਰਹਿੰਦਾ ਸੀਗਾ, ਠੀਕ ਹੈ। ਜਿਨ੍ਹਾਂ ਕਰਕੇ ਇਸੇ ਕਰਕੇ ਜੋ ਸੀਗਾ ਪੰਜਾਬ ਜਿਹੜਾ ਕਾਫੀ ਧਨੀ ਜਿਹੜਾ ਸੀਗਾ ਰਾਜ ਮੰਨਿਆ ਜਾਂਦਾ ਸੀਗਾ। ਅਤੇ ਪੰਜਾਬ ਦੇ ਵਿਭਿੰਨ ਭਾਗਾਂ ਦੇ ਵਿੱਚ ਕੁਛ ਖਣਿਜ ਪਦਾਰਥ ਵੀ ਮਿਲਦੇ ਸੀਗੇ ਜਿਨ੍ਹਾਂ ਨੂੰ ਕਿ ਮਿਨਰਲਸ ਕਹਿੰਦੇ ਹਾਂ ਆਪਾਂ, ਠੀਕ ਹੈ। ਉੱਦਾਂ ਹੀ ਮੰਡੀ, ਸੁਕੇਤ, ਕੁੱਲੂ, ਕਾਂਗੜਾ ਤਥਾ ਸਿਰਮੌਰ ਦੇ ਜਿਹੜੇ ਪਰਬਤੀ ਪ੍ਰਦੇਸ਼ ਸੀਗੇ ਜਿਨ੍ਹਾਂ ਵਿੱਚ ਤਾਂਬੇ ਤਥਾ ਲੋਹੇ ਸੀਗੇ, ਉਹ ਜੰਮੂ ਦੇ ਵਿੱਚ ਜਿਸਤ ਖਜ਼ਾਨਾ ਦੇ ਵਿੱਚ ਜੋ ਜਿਸਤ ਖਾਨਾ ਸੀਗੀਆਂ ਉਹਨਾਂ ਦੇ ਵਿੱਚ ਮਿਲਦੇ ਸੀਗੇ, ਠੀਕ ਹੈ। ਸੋ ਕੁੱਲ ਮਿਲਾ ਕੇ ਪੰਜਾਬ ਦੀ ਜਿਹੜੀ ਧਰਤੀ ਸੀਗੀ ਉਹ ਕਾਫੀ ਉਪਜਾਊ ਸੀਗੀ, ਮਤਲਬ ਕਿ ਜਿੱਥੇ ਕਾਫੀ ਸਾਰੇ ਮਤਲਬ ਖਣਿਜ ਵਗੈਰਾ ਵੀ ਮਿਲਦੇ ਪਏ ਨੇ, ਕ੍ਰਿਸ਼ੀ ਦਾ ਵੀ ਕਾਫੀ ਸਾਰਾ ਜਿਹੜਾ ਕੰਮ ਚੱਲਦਾ ਪਿਆ ਹੈ, ਠੀਕ ਹੈ। ਇਹ ਮੈਂ ਸਾਰਾ ਤੁਹਾਨੂੰ ਐਕਸਪਲੇਨ ਕਰ ਦਿੱਤਾ ਹੋਇਆ ਵਾ। ਸੋ ਇਹ ਸੀਗਾ ਸਾਰਾ ਚੈਪਟਰ। ਸੋ ਵਪਾਰ ਦੇ ਲਈ ਕਾਫੀ ਸਾਰੇ ਫੇਅਰਸ ਵੀ ਲੱਗਦੇ ਸੀ, ਯਾਨੀ ਕਿ ਮੇਲੇ ਵੀ ਲੱਗਦੇ ਸੀਗੇ, ਠੀਕ ਹੈ। ਕਿ ਕਿਸੇ ਇੱਕ ਜਗ੍ਹਾ ਦੇ ਵਿੱਚ ਜਿਹੜੇ ਦੂਰੋਂ ਵਪਾਰੀ ਆਉਂਦੇ ਹੁੰਦੇ ਸੀਗੇ ਉਹ ਆਪਣੀ ਚੀਜ਼ਾਂ ਜਿਹੜੀਆਂ ਇੱਥੇ ਵੇਚ ਦਿੰਦੇ ਸੀਗੇ, ਜਿਸ ਕਰਕੇ ਉਹ ਇੱਥੇ ਵੀ ਇਹਨਾਂ ਦੀ ਕਮਾਈ ਜਿਹੜੀ ਹੁੰਦੀ ਸੀਗੀ। ਅੱਜ ਵੀ ਆਪਾਂ ਦੇਖਦੇ ਹਾਂ ਕਿ ਅੰਮ੍ਰਿਤਸਰ ਵਿੱਚ ਜਾਂ ਹੋਰ ਵੀ ਕਾਫੀ ਸਾਰੇ ਵੱਡੇ ਸ਼ਹਿਰ ਨੇ, ਉੱਥੋਂ ਦੂਰੋਂ ਜਿਹੜਾ ਵਾ ਇਹ ਕਾਫੀ ਸਾਰੇ ਮੇਲੇ ਲੱਗਦੇ ਨੇ, ਠੀਕ ਹੈ। ਹਾਲ ਹੀ ਦੇ ਵਿੱਚ ਜਦੋਂ ਆਪਾਂ 3-4 ਮੰਥ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਪਾਈਟੈਕਸ ਨਾਮ ਦਾ ਮੇਲਾ ਲੱਗਦਾ ਹੈ, ਜੋ ਕਿ ਕਾਫੀ ਵੱਡਾ ਮੇਲਾ ਹੁੰਦਾ ਵਾ, ਠੀਕ ਹੈ। ਉਹਦੇ ਵਿੱਚ ਹੀ ਜਿਹੜੇ ਨੇ ਈਰਾਨੋਂ ਮਤਲਬ ਅਫਗਾਨਿਸਤਾਨ, ਈਰਾਨ ਤੋਂ, ਇਰਾਕ ਤੋਂ ਮਤਲਬ ਕਾਫੀ ਦੂਰੋਂ ਲੋਕ ਆਉਂਦੇ ਨੇ, ਆਪਣੀ ਬਣਾਈ ਹੋਈ ਚੀਜ਼ ਨੂੰ ਇੰਪੋਰਟ ਕਰਦੇ ਨੇ, ਠੀਕ ਹੈ। ਐਕਸਪੋਰਟ ਇੰਪੋਰਟ ਉੱਥੋਂ ਦਾ ਚੱਲਦਾ ਹੀ ਰਹਿੰਦਾ ਹੈ। ਸੋ ਆਪਾਂ ਇਕਨੋਮਿਕ ਦੇ ਬਾਰੇ ਗੱਲ ਕਰਦੇ ਪਏ, ਇਕਨੋਮਿਕ ਸਟੇਟਸ ਦੇ ਬਾਰੇ ਗੱਲ ਕਰਦੇ ਪਏ ਹਾਂ। ਅਤੇ ਉਸ ਸਮੇਂ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਚੱਲਦੇ ਸੀਗੇ, ਠੀਕ ਹੈ। ਅਤੇ ਧਾਤੂ ਦੀ ਕਿਸਮ ਵੀ ਜਿਹੜੀ 26 ਪ੍ਰਕਾਰ ਦੀ ਹੁੰਦੀ ਸੀ, ਠੀਕ ਹੈ। ਚਾਂਦੀ ਦੇ ਸਿੱਕਿਆਂ ਨੂੰ ਰੁਪਇਆ ਕਿਹਾ ਜਾਂਦਾ ਸੀ ਤਾਂ ਤਾਂਬੇ ਦੇ ਸਿੱकों को दाम कहा जाता था। एक रुपया 40 दाम के ਬਰਾਬਰ ਹੁੰਦਾ था, ਠੀਕ ਹੈ। ਅਤੇ ਉਸ ਸਮੇਂ ਅਬੂਲ ਫਜ਼ਲ ਜੋ ਕਹਿੰਦੇ ਨੇ ਕਿ ਆਇਨੇ ਅਕਬਰੀ ਦੇ ਵਿੱਚ ਉਹਨਾਂ ਨੇ ਵਸਤੂਆਂ ਦੀ ਮੁੱਲ ਸੂਚੀ ਵੀ ਦੱਸੀ ਹੋਈ ਆ ਕਿ ਉਸ ਸਮੇਂ ਗੇਹੂੰ ਭਾਵ ਜੋ ਸੀਗਾ 12 ਦਾਮ ਪ੍ਰਤੀ ਸੀਗਾ, ਚਨੇ 16 ਦਾਮ ਪ੍ਰਤੀ ਸੀਗਾ। ਇਸ ਕਰਕੇ ਉਸ ਸਮੇਂ ਜਿਹੜੀ ਸੀਗੀ ਚੀਨੀ ਦੇਖੋ
6 ਦਾਮ ਬਰਾਬਰ ਸੀਗੀ। ਠੀਕ ਹੈ, ਕਿ ਉਸ ਸਮੇਂ ਜਿਹੜੀਆਂ ਸੀਗੀਆਂ ਆਵਸ਼ਕ ਵਸਤੂਆਂ ਜਿਹੜੀਆਂ ਸੀਗੀਆਂ ਕਾਫੀ ਸਸਤੀਆਂ ਸੀਗੀਆਂ। ਲੋਕ ਜਿਹੜੇ ਸੀਗਾ ਅੱਛਾ ਘੱਟ ਪੈਸਿਆਂ ਦੇ ਵਿੱਚ ਕਾਫੀ ਅੱਛਾ ਗੁਜ਼ਾਰਾ ਕਰ ਲੈਂਦੇ ਸੀਗੇ। ਠੀਕ ਹੈ, ਪਰ ਫਿਰ ਵੀ ਜਿਹੜੀ ਇਹਨਾਂ ਦੀ ਸਮਾਜਿਕ ਦਸ਼ਾ ਜਿਹੜੀ ਆ ਸੰਤੋਸ਼ਜਨਕ ਨਹੀਂ ਆ। ਹਿੰਦੂਆਂ ਅਤੇ ਮੁਸਲਮਾਨਾਂ ਦੀ ਇਸਤਰੀਆਂ ਦੇ ਉੱਤੇ ਕਾਫੀ ਸਾਰੇ ਬੁਰਾਈਆਂ ਦਾ ਉਹਨਾਂ ਨੂੰ ਸਹਿਣਾ ਪੈਂਦਾ ਹੈ, ਅਤੇ ਜੋ ਵੀ ਇਹਨਾਂ ਦੀ ਸਮਾਜਿਕ ਦਸ਼ਾ ਬਿਲਕੁਲ ਵੀ ਠੀਕ ਨਹੀਂ ਆ। ਕਾਫੀ ਸਾਰੇ ਜੋ ਮੁਗਲ ਜਹਾਂਗੀਰ ਸ਼ਾਹਜਹਾਂ ਨੇ ਇਹਨਾਂ ਦੀ ਅਕੋਰਡਿੰਗਲੀ ਧਾਰਮਿਕ ਕੱਟੜਤਾ ਨੀਤੀ ਅਪਣਾਈ ਗਈ, ਜਿਸ ਕਰਕੇ ਉਹ ਆਪਣੇ ਆਪ ਨੂੰ ਵਧੀਆ ਮਤਲਬ ਕਿ ਆਪਣੇ ਆਪ ਨੂੰ ਅੱਗੇ ਨਹੀਂ ਵਧਾ ਸਕੇ। ਉਹ ਉੱਥੇ ਦੇ ਉੱਥੇ ਹੀ ਹੈ, ਮਤਲਬ ਕਿ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਸੋ ਜਿਸ ਤਰ੍ਹਾਂ ਵੀ ਹੈ, ਕਮ ਆਏ ਹੋਣ ਦੇ ਬਾਵਜੂਦ ਵੀ ਇੱਦਾਂ ਦੀ ਇਕਨੋਮਿਕ ਸਟੇਟ ਦੇ ਨਾਲ ਉਹ ਆਪਣਾ ਠੀਕ ਠਾਕ ਨਿਰਵਾਹ ਕਰ ਰਹੇ ਸੀਗੇ। ਸੋ ਇਹ ਸਾਰਾ ਚੈਪਟਰ ਹੈ। ਆਈ ਹੋਪ ਕਿ ਤੁਹਾਨੂੰ ਅੱਛੇ ਤਰੀਕੇ ਨਾਲ ਅੰਡਰਸਟੈਂਡ ਹੋ ਗਿਆ ਹੋਏਗਾ, ਐਂਡ ਮੈਂ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਹੋਏਗਾ। ਅਗਰ ਜੇ ਤੁਹਾਨੂੰ ਚੰਗਾ ਲੱਗਿਆ ਹੋਏ ਤਾਂ ਲਾਈਕ ਜ਼ਰੂਰ ਕਰ ਦਿਓ, ਐਂਡ ਥੈਂਕਸ ਫॉर ਵਾਚਿੰਗ। ਬਾਏ ਬਾਏ ਐਂਡ ਟੇਕ ਕੇਅਰ।